ਹੈਲੋ ਸਟੂਡੈਂਟ, ਅੱਜ ਆਪਾਂ ਸਾਹਿਤਕ ਕਿਰਨਾਂ 2 ਵਿੱਚੋਂ ਗੁਰੂ ਉਪਦੇਸ਼ ਕਵਿਤਾ ਬਾਰੇ ਪੜ੍ਹਾਂਗੇ। ਗੁਰੂ ਉਪਦੇਸ਼ ਕਵਿਤਾ ਹੈ ਜਿਹੜੀ ਪਵਨ ਹਰਚੰਦਪੁਰੀ ਦੁਆਰਾ ਲਿਖੀ ਗਈ ਹੈ। ਇਹ ਉਹਨਾਂ ਦੇ ਮਹਾਂਕਾਵਿ ਜਨਮ ਖਾਲਸਾ ਇਤਿਹਾਸ ਦਾ ਵਿਲੱਖਣ ਦਸਤਾਵੇਜ਼ ਵਿੱਚੋਂ ਹੈ। ਇਹ ਕਵਿਤਾ ਇਸ ਮਹਾਂਕਾਵਿ ਦਾ 22ਵਾਂ ਸਰਗ ਹੈ। ਇਸ ਕਵਿਤਾ ਵਿੱਚ ਖਾਲਸੇ ਦੀ ਸਾਜਨਾ ਤੋਂ ਬਾਅਦ ਉਸ ਨੂੰ ਉਸ ਦੇ ਫਰਜ਼ਾਂ ਤੋਂ ਸੁਚੇਤ ਕਰਵਾਇਆ ਗਿਆ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤਾਂ ਜਿਹੜੇ ਸਿੱਖਾਂ ਨੂੰ ਫਰਜ਼ ਯਾਦ ਕਰਵਾਏ ਸੀ ਉਹ ਉਹਨਾਂ ਤੋਂ ਸੁਚੇਤ ਰਹਿਣ ਲਈ ਇਸ ਕਵਿਤਾ ਵਿੱਚ ਦੱਸਿਆ ਗਿਆ ਹੈ। ਸਭ ਤੋਂ ਪਹਿਲਾਂ ਕੀ ਹੈ, ਦਸੇ ਗੁਰੂਆਂ ਸਿੱਖੀ ਦੀ ਜੋਤ ਬਾਲੀ, ਰੋਸ਼ਨ ਸਮਾਂ ਇਹ ਰਹੂਗਾ ਜੱਗ ਅੰਦਰ, ਨੂਰੀ ਬਾਲੂ ਚਿਰਾਗ ਇਹ ਸੋਚ ਅੰਦਰ, ਸੂਰਜ ਵਾਂਗ ਲਿਸ਼ਕਾਏਗੀ ਮਨ ਅੰਦਰ। ਸਭ ਤੋਂ ਪਹਿਲਾਂ ਆ ਗਿਆ ਪ੍ਰਸੰਗ। ਇਹ ਕਾਵਿ ਸਤਰਾਂ ਸਾਹਿਤਕ ਕਿਰਨਾਂ 2 ਨਾਂ ਦੀ ਪਾਠ ਪੁਸਤਕ ਵਿੱਚ ਪਵਨ ਹਰਚੰਦਪੁਰੀ ਦੀ ਕਵਿਤਾ ਗੁਰੂ ਉਪਦੇਸ਼ ਵਿੱਚੋਂ ਲਈਆਂ ਗਈਆਂ ਹਨ। ਇਸ ਕਵਿਤਾ ਵਿੱਚ ਖਾਲਸੇ ਦੀ ਸਾਜਨਾ ਤੋਂ ਬਾਅਦ ਉਸ ਨੂੰ ਉਸ ਦੇ ਜਿਹੜੇ ਫਰਜ਼ ਨੇ ਉਹਨਾਂ ਤੋਂ ਸੁਚੇਤ ਕਰਵਾਇਆ ਗਿਆ ਹੈ। ਖਾਲਸੇ ਦੱਸਿਆ ਹੈ ਕਿ ਖਾਲਸੇ ਦੇ ਜਿਹੜੇ ਅਸੂਲ ਨੇ ਉਹਨਾਂ 'ਤੇ ਕਿਵੇਂ ਪਹਿਰਾ ਦਿੱਤਾ ਜਾ ਸਕਦਾ ਹੈ। ਵਿਆਖਿਆ ਕੀ ਹੈ, ਦਸੇ ਗੁਰੂਆਂ ਸਿੱਖੀ ਦੀ ਜੋਤ ਬਾਲੀ। ਦਸੇ ਗੁਰੂਆਂ ਮਤਲਬ ਸਿੱਖ ਧਰਮ ਦੇ ਜਿਹੜੇ 10 ਗੁਰੂ ਹੋਏ ਨੇ ਉਹਨਾਂ ਨੇ ਸਿੱਖੀ ਦੀ ਜੋਤ ਜਗਾਈ ਹੈ। ਇਹ ਜੋਤ ਰੂਪੀ ਰੋਸ਼ਨੀ ਸ਼ਮਾ ਜੱਗ ਵਿੱਚ ਕਾਇਮ ਰਹੇਗੀ। ਰੋਸ਼ਨ ਸ਼ਮਾ ਇਹ ਰਹੂਗੀ ਜੱਗ ਅੰਦਰ। ਹਮੇਸ਼ਾ ਇਹ ਜਿਹੜੀ ਜੋਤ ਹੈ ਸਾਰੇ ਜੱਗ ਵਿੱਚ ਕਾਇਮ ਰਹੇਗੀ। ਇਹ ਜੋਤੀ ਸਮਾਂ ਸਾਡੀ ਸੋਚ ਅੰਦਰ ਨੂਰੀ ਚਿਰਾਗ ਬਾਲੇਗੀ। ਨੂਰੀ ਬਾਲੂ ਚਿਰਾਗ ਇਹ ਸੋਚ ਅੰਦਰ, ਜਿਹੜੀ ਇਹ ਜੋਤ ਹੈ ਆਪਣੀ ਸੋਚ ਅੰਦਰ ਕੀ ਕਰੇਗੀ, ਨੂਰੀ ਚਿਰਾਗ ਬਾਲੇਗੀ। ਸੂਰਜ ਵਾਂਗ ਲਿਸ਼ਕਾਏਗੀ ਮਨ ਅੰਦਰ, ਤੇ ਆਪਣੇ ਮਨ ਅੰਦਰ ਇਹ ਸੂਰਜ ਵਾਂਗ ਲਿਸ਼ਕੇਗੀ। ਅਰਥਾਤ ਕੀ ਹੈ ਕਿ ਗੁਰੂ ਸਾਹਿਬਾਨ ਦਾ ਜਿਹੜੀ ਸਿੱਖਿਆ ਦਿੱਤੀ ਹੋਈ ਹੈ ਉਹਦਾ ਜਿਹੜਾ ਚਾਨਣ ਹੈ ਉਹ ਪੈਦਾ ਕਰੇਗੀ। ਨੈਕਸਟ ਹੈ, ਰਹਿਮ ਕਰਮ ਤੇ ਧਰਮ ਦੀ ਸਾਂਝ ਗੂੜੀ, ਕਦੇ ਤੋੜਨੀ ਨਹੀਂ ਤੁਸੀਂ ਮੂਲ ਸਿੰਘੋ, ਸਾੜ ਦੇਵੇ ਇਹ ਅੱਗ ਘਰ ਆਪਣੇ ਵੀ, ਦੇਣੀ ਅੱਗ ਨੂੰ ਕਦੇ ਨਾ ਤੂਲ ਸਿੰਘੋ। ਪ੍ਰਸੰਗ ਸੇਮ ਕਿ ਇਹ ਕਾਵਿ ਸਤਰਾਂ ਸਾਹਿਤਕ ਕਿਰਨਾਂ 2 ਨਾਮ ਦੀ ਪਾਠ ਪੁਸਤਕ ਵਿੱਚ ਪਵਨ ਹਰਚੰਦਪੁਰੀ ਕਵਿਤਾ ਗੁਰੂ ਉਪਦੇਸ਼ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਉਹਨਾਂ ਨੇ ਖਾਲਸੇ ਦੀ ਸਾਜਨਾ ਤੋਂ ਬਾਅਦ ਉਹਨਾਂ ਦੇ ਫਰਜ਼ਾਂ ਤੋਂ ਸੁਚੇਤ ਕਰਵਾਇਆ ਗਿਆ ਹੈ। ਵਿਆਖਿਆ ਕੀ ਹੈ, ਰਹਿਮ ਕਰਮ ਤੇ ਧਰਮ ਦੀ ਸਾਂਝ ਗੂੜੀ। ਰਹਿਮ ਤੇ ਕਰਮ ਤੇ ਧਰਮ ਦੀ ਤਿੰਨਾਂ ਦੀ ਜਿਹੜੀ ਹੈ ਆਪਸ ਵਿੱਚ ਪੂਰੀ ਗੂੜੀ ਸਾਂਝ ਹੈ। ਰਹਿਮ ਦਾ ਮਤਲਬ ਹੈ ਤਰਸ ਕਰਨਾ, ਕਿਰਪਾ ਕਰਨੀ ਕਿਸੇ 'ਤੇ। ਕਰਮ ਮਤਲਬ ਜਿਹੜੇ ਆਪਾਂ ਫਰਜ਼ ਆਪਣੇ ਕੋਈ ਕੰਮ ਧੰਦਾ ਕਰਦੇ ਹਾਂ। ਗੂੜੀ ਮਤਲਬ ਪੱਕੀ। ਇਹਨਾਂ ਨੂੰ ਸੰਬੋਧਨ ਕਰਦੇ ਹੋਏ ਸਿੰਘਾਂ ਨੂੰ ਸੰਬੋਧਨ ਕਰਦੇ ਹੋਏ ਕਵੀ ਨੇ ਕਿਹਾ ਹੈ, ਹੇ ਸਿੰਘੋ, ਜੇਕਰ ਤੁਸੀਂ ਇਸ ਸਾਂਝ ਨੂੰ ਕਦੇ ਵੀ ਨਹੀਂ ਤੋੜੋਗੇ ਤਾਂ ਆਪਣੇ ਅੱਗੋਂ ਉਹਨਾਂ ਨੇ ਲਿਖਿਆ, ਸਾੜ ਦੇਵੇ ਇਹ ਅੱਗ ਆਪਣੇ ਵੀ, ਦੇਣੀ ਅੱਗ ਨੂੰ ਕਦੇ ਨਾ ਤੂਲ ਸਿੰਘੋ। ਅੱਗ ਆਪਣੇ ਘਰ ਨੂੰ ਵੀ ਸਾੜ ਦਿੰਦੀ ਹੈ, ਇਸ ਲਈ ਸਿੰਘ ਅੱਗ ਨੂੰ ਕਦੇ ਵੀ ਤੂਲ ਨਾ ਦੇਣਾ। ਮਤਲਬ ਅਰਥਾਤ ਉਹਨਾਂ ਨੂੰ ਕਦੇ ਵੀ ਨਾ ਭੜਕਾਉਣ। ਸਾਨੂੰ ਇਹਦਾ ਮਤਲਬ ਅੱਗ ਇਹ ਨਹੀਂ ਹੈ ਕਿ ਸਿੰਪਲ ਜਿਹੜੀ ਅੱਗ ਚੱਲੀ ਹੈ। ਅੱਗ ਦਾ ਮਤਲਬ ਹੈ ਹਉਮੈ ਦੀ ਅੱਗ, ਹੰਕਾਰ ਦੀ ਅੱਗ। ਉਹਦੇ ਤੋਂ ਆਪਾਂ ਨੂੰ ਬਚਣਾ ਚਾਹੀਦਾ ਹੈ ਕਿਉਂਕਿ ਅੱਗ ਵੀ ਸਾਡੇ ਮਨ ਨੂੰ ਸਾੜ ਦਿੰਦੀ ਹੈ। ਨੈਕਸਟ ਹੈ, ਗਰਮੀ ਸੋਚ ਤੇ ਭਾਰੂ ਨਾ ਹੋਣ ਦੇਣੀ, ਤਾਈਓ ਰਹੂਗੀ ਹੋਸ਼ ਵਿੱਚ ਸੋਚ ਸਿੰਘੋ, ਗਰਮੀ ਆਵੇ ਜੇ ਸੋਚ ਨੂੰ ਲੂਣ ਵਾਲੀ, ਐਸੀ ਗਰਮੀ ਨੂੰ ਲਿਓ ਫਿਰ ਬੋਝ ਸਿੰਘੋ। ਪ੍ਰਸੰਗ ਸੇਮ ਲਿਖਣਾ ਬੱਚੇ। ਵਿਆਖਿਆ ਦੇਖੋ, ਗੁਰੂ ਰੂਪ ਸਿੰਘਾਂ ਨੂੰ ਸੰਬੋਧਨ ਕਰਦਾ ਕਵੀ ਕਹਿੰਦਾ ਹੈ, ਗਰਮੀ ਸੋਚ ਤੇ ਭਾਰੂ ਨਾ ਹੋਣ ਦੇਣੀ, ਤਾਈਓ ਰਹੂਗੀ ਹੋਸ਼ 'ਚ ਸੋਚ ਸਿੰਘੋ, ਗਰਮੀ ਆਵੇ ਜੇ ਸੋਚ ਨੂੰ ਲੂਣ ਵਾਲੀ, ਐਸੀ ਗਰਮੀ ਨੂੰ ਲਿਓ ਫਿਰ ਬੋਝ ਸਿੰਘੋ। ਪ੍ਰਸੰਗ ਬੱਚੇ ਸੇਮ ਹੀ ਹੈ ਕਿ ਇਹ ਜਿਹੜੀਆਂ ਕਾਵਿ ਸਤਰਾਂ ਨੇ ਸਾਹਿਤਕ ਕਿਰਨਾਂ 2 ਵਿੱਚੋਂ ਪਵਨ ਹਰਚੰਦਪੁਰੀ ਕਵਿਤਾ ਗੁਰੂ ਉਪਦੇਸ਼ ਵਿੱਚੋਂ ਲਈਆਂ ਗਈਆਂ ਹਨ। ਇਸ ਵਿੱਚ ਖਾਲਸੇ ਦੀ ਸਾਜਨਾ ਦੇ ਫਰਜ਼ਾਂ ਬਾਰੇ ਦੱਸਿਆ ਗਿਆ ਹੈ। ਵਿਆਖਿਆ ਕੀ ਹੈ, ਗਰਮੀ ਸੋਚ ਤੇ ਭਾਰੂ ਨਾ ਹੋਣ ਦੇਣੀ। ਉਹਨਾਂ ਨੇ ਕਿਹਾ ਹੈ ਕਿ ਗਰਮੀ ਨੂੰ ਆਪਣੀ ਸੋਚ ਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ, ਤਾਂ ਹੀ ਹੋਸ਼ ਵਿੱਚ ਸੋਚ ਰਹੇਗੀ, ਤਾਈਓ ਰਹੂਗੀ ਹੋਸ਼ ਵਿੱਚ ਸੋਚ ਸਿੰਘੋ। ਜੇਕਰ
ਗਰਮੀ ਆਵੇ ਜੇ ਸੋਚ ਨੂੰ ਲੂਣ ਵਾਲੀ, ਜੇਕਰ ਸੱਚ ਨੂੰ ਲੂਣ ਵਾਲੀ ਮਤਲਬ ਸੱਚ ਨੂੰ ਲੂਣ ਵਾਲੀ ਮਤਲਬ ਸਾੜਨ ਵਾਲੀ ਜੇ ਗਰਮੀ ਆਵੇ ਤਾਂ ਅਜਿਹੀ ਗਰਮੀ, ਐਸੀ ਗਰਮੀ ਨੂੰ ਲਿਓ ਫਿਰ ਬੋਝ ਸਿੰਘੋ। ਤਾਂ ਅਜਿਹੀ ਗਰਮੀ ਨੂੰ ਆਪਾਂ ਨੂੰ ਬੋਝ ਲੈਣਾ ਚਾਹੀਦਾ ਹੈ, ਅਰਥਾਤ ਕਾਬੂ ਕਰ ਲੈਣਾ ਚਾਹੀਦਾ ਹੈ। ਇਹਨਾਂ ਵਿੱਚ ਸਿੰਘਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨੂੰ ਸੋਚ ਵਿੱਚ ਗਰਮੀ ਅਰਥਾਤ ਗੁੱਸਾ ਨਹੀਂ ਆਉਣਾ ਚਾਹੀਦਾ। ਨੈਕਸਟ ਹੈ, ਆਪਣੀ ਕਿਰਤ 'ਚੋਂ ਕੱਢ ਦਸੌਂਦ ਦਸਵਾਂ, ਲੋੜਵੰਦਾਂ ਦੇ ਲੇਖੇ ਹੈ ਲਾ ਦੇਣਾ, ਭੁੱਖ ਕੋਈ ਦੁਆਰੇ ਆ ਟੁੱਕ ਮੰਗੇ, ਭੋਜਨ ਉਸ ਤਾਈਂ ਤੁਸੀਂ ਛਕਾ ਦੇਣਾ। ਪ੍ਰਸੰਗ ਬੱਚੇ ਸੇਮ ਹੀ ਰਹੇਗਾ। ਵਿਆਖਿਆ ਦੇਖੋ, ਗੁਰੂ ਜੀ ਨੇ ਕਿਹਾ ਹੈ ਕਿ ਆਪਣੀ ਕਿਰਤ ਵਿੱਚੋਂ ਕੱਢ ਦਸੌਂਦ ਦਸਵਾਂ, ਦਸੌਂਦ ਦਸਵਾਂ ਮਤਲਬ ਆਪਣੀ ਕਿਰਤ ਵਿੱਚੋਂ 10ਵਾਂ ਹਿੱਸਾ ਕੱਢਣਾ ਚਾਹੀਦਾ ਹੈ, ਜੋ ਕਿ ਧਰਮ ਦੇ ਲੇਖੇ ਲਗਾਉਣਾ ਚਾਹੀਦਾ ਹੈ, ਜਾਂ ਜ਼ਰੂਰਤਮੰਦ ਲੋੜਵੰਦਾਂ ਦੇ ਲੇਖੇ ਹੈ ਲਾ ਦੇਣਾ, ਜਾਂ ਜਦੋਂ ਕੋਈ ਜ਼ਰੂਰਤਮੰਦ ਲੋਕ ਹਨ ਉਹਨਾਂ ਨੂੰ ਦੇਣਾ ਚਾਹੀਦਾ ਹੈ, ਉਹਨਾਂ ਦੇ ਲੇਖੇ ਲਾ ਦੇਣਾ ਚਾਹੀਦਾ ਹੈ, ਅਰਥਾਤ ਲੋੜਵੰਦਾਂ ਦੀ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਭੁੱਖ ਕੋਈ ਦੁਆਰੇ ਆ ਕੇ ਟੁੱਕ ਮੰਗੇ, ਜੇਕਰ ਕੋਈ ਭੁੱਖਾ ਵਿਅਕਤੀ ਤੁਹਾਡੇ ਦੁਆਰੇ ਆ ਕੇ ਰੋਟੀ ਮੰਗਦਾ ਹੈ ਤਾਂ ਉਸਨੂੰ ਭੋਜਨ ਛਕਾ ਦੇਣਾ ਚਾਹੀਦਾ ਹੈ, ਭੋਜਨ ਉਸ ਤਾਈਂ ਤੁਸੀਂ ਛਕਾ ਦੇਣਾ। ਕਹਿਣ ਦਾ ਭਾਵ ਇਹ ਹੈ ਕਿ ਆਪਣੀ ਕਮਾਈ ਵਿੱਚੋਂ ਕੱਢੇ ਦਸਵੰਧ ਨੂੰ, ਦਸਵੰਧ ਮਤਲਬ 10ਵਾਂ ਦਸੌਂਦ ਜਿਹਨੂੰ ਕਹਿੰਦੇ ਆਪਾਂ, ਗਰੀਬਾਂ ਲਈ ਖਰਚ ਕਰਨ ਦੀ ਸਿੱਖਿਆ ਦਿੱਤੀ ਹੈ। ਨੈਕਸਟ ਹੈ, ਉੱਚਾ ਨੀਵਾਂ ਨਾ ਕੋਈ ਵੀ ਜੱਗ ਅੰਦਰ, ਇੱਕੋ ਨੂਰ ਇਲਾਈ ਦੇ ਨੇ ਸਭ ਬੰਦੇ, ਬੰਦੇ ਰੱਬ ਦੇ ਸਮਝ ਕੇ ਪਿਆਰ ਕਰਨਾ, ਨਾ ਬੋਲ ਬੋਲਣੇ ਕਿਸੇ ਨੂੰ ਵੀ ਮੰਨਦੇ। ਉੱਚਾ ਨੀਵਾਂ ਮਤਲਬ ਇਸ ਸੰਸਾਰ ਵਿੱਚ ਕੋਈ ਵੀ ਉੱਚਾ ਨੀਵਾਂ ਨਹੀਂ ਹੈ। ਉੱਚਾ ਨੀਵਾਂ ਮਤਲਬ ਭਾਵ ਕੋਈ ਅਮੀਰ ਨਹੀਂ ਹੈ, ਕੋਈ ਵੀ ਗਰੀਬ ਨਹੀਂ ਹੈ। ਇੱਕੋ ਇਲਾਹੀ, ਨੂਰ ਇਲਾਹੀ ਦੇ ਸਭ ਬੰਦੇ ਹਨ। ਨੂਰ ਇਲਾਹੀ ਮਤਲਬ ਇੱਕੋ ਪ੍ਰਕਾਸ਼, ਪਰਮਾਤਮਾ ਦਾ ਪ੍ਰਕਾਸ਼ ਹੈ ਜਿਸ ਤੋਂ ਇਹ ਪੈਦਾ ਹੋਏ ਹਨ। ਸਭ ਦੇ ਅੰਦਰ, ਬੰਦੇ ਰੱਬ ਦੇ ਸਮਝ ਕੇ ਪਿਆਰ ਕਰਨਾ, ਸਭ ਦੇ ਇਹ ਸਮਝ ਕੇ ਸਭ ਨੂੰ ਪਿਆਰ ਕਰਨਾ ਚਾਹੀਦਾ ਹੈ ਕਿ ਜਿਹੜਾ ਪਰਮਾਤਮਾ ਹੈ, ਰੱਬ ਹੈ, ਉਹ ਸਭ ਦੇ ਅੰਦਰ ਹੈ। ਨਾ ਬੋਲ ਬੋਲਣੇ ਕਿਸੇ ਨੂੰ ਵੀ ਨਹੀਂ ਮੰਨਦੇ, ਮਤਲਬ ਕਿਸੇ ਨੂੰ ਵੀ ਮੰਦੇ ਬੋਲ ਜਾਂ ਕਿਸੇ ਨੂੰ ਵੀ ਬੁਰਾ ਨਹੀਂ ਕਹਿਣਾ ਚਾਹੀਦਾ। ਨੈਕਸਟ ਹੈ, ਗਊ ਗਰੀਬ ਤੇ ਔਰਤ ਦੀ ਕਰੋ ਰਾਖੀ, ਜਬਰ ਜ਼ੁਲਮ ਤੇ ਕਦੀ ਨਹੀਂ ਰਾਹ ਪੈਣਾ, ਲਾਲਚ ਵਿੱਚ ਆ ਧੀਆਂ ਵੇਚਣਾ ਨਾ, ਮੂੰਹੋਂ ਮੰਗ ਕੇ ਕਦੇ ਨਾ ਦਾਜ ਲੈਣਾ। ਵਿਆਖਿਆ ਕੀ ਹੈ ਕਿ ਹਮੇਸ਼ਾ ਗਊ ਨੂੰ ਮਤਲਬ ਗਾਂ ਨੂੰ ਕਿਹਾ ਗਿਆ ਹੈ, ਗਰੀਬ ਵਿਅਕਤੀ ਤੇ ਔਰਤ, ਇਹਨਾਂ ਤਿੰਨਾਂ ਦੀ ਹਮੇਸ਼ਾ ਆਪਾਂ ਨੂੰ ਰਾਖੀ ਕਰਨੀ ਚਾਹੀਦੀ ਹੈ। ਕਦੇ ਵੀ ਇਹਨਾਂ ਤੇ ਜ਼ੁਲਮ, ਜਬਰ ਜ਼ੁਲਮ ਮਤਲਬ ਜ਼ੁਲਮ ਨਹੀਂ ਕਰਨੇ ਚਾਹੀਦੇ। ਲਾਲਚ ਵਿੱਚ ਆ ਕੇ ਧੀਆਂ ਨੂੰ ਵੇਚਣਾ ਨਹੀਂ ਚਾਹੀਦਾ। ਮੂੰਹ ਮੰਗੇ ਕਦੇ ਨਾ ਦਾਜ ਦੇਣਾ, ਜੇਕਰ ਕੋਈ ਵਿਆਹ ਸਮੇਂ ਤੁਹਾਡੇ ਤੋਂ ਮੂੰਹ ਮੰਗ ਕੇ ਦਾਜ ਲੈਂਦਾ ਹੈ ਤਾਂ ਉਹਨਾਂ ਨੂੰ ਕਦੇ ਵੀ ਦਾਜ ਨਹੀਂ ਦੇਣਾ ਚਾਹੀਦਾ। ਇਸ ਸਤਰਾਂ ਵਿੱਚ, ਇਹਨਾਂ ਸਤਰਾਂ ਵਿੱਚ ਉਹਨਾਂ ਨੇ ਕੀ ਕਿਹਾ ਹੈ, ਸਮਾਜਿਕ ਜਿਹੜੀਆਂ ਬੁਰਾਈਆਂ ਨੇ ਉਹਨਾਂ ਤੋਂ ਦੂਰ ਰਹਿਣ ਲਈ ਸਿੱਖਿਆ ਦਿੱਤੀ ਹੈ। ਨੈਕਸਟ ਹੈ, ਫਸਤਾ ਜ਼ੁਲਮ ਦਾ ਵੱਢਣਾ ਹੈ ਜਿਸਨੇ, ਐਸਾ ਰੂਪ ਸ਼ਿੰਗਾਰਿਆ ਖਾਲਸੇ ਦਾ, ਸ਼ਰਮ ਧਰਮ ਵਾਲਾ ਚੰਗੇ ਕਰਮ ਵਾਲਾ, ਮੈਂ ਨਵਾਂ ਰੰਗ ਨਿਖਾਰਿਆ ਖਾਲਸੇ ਦਾ। ਫਸਤਾ ਮਤਲਬ ਫਾਹੀ ਜਾਂ ਝਗੜਾ। ਕਵੀ ਕਹਿੰਦਾ ਹੈ ਕਿ ਉਸ ਨੂੰ, ਖਾਲਸੇ ਨੂੰ ਅਜਿਹੇ ਰੂਪ ਨਾਲ ਸ਼ਿੰਗਾਰਿਆ ਹੈ ਜਿਸ ਨੇ ਜ਼ੁਲਮ ਦਾ ਝਗੜਾ ਖਤਮ ਕਰਨਾ ਹੈ। ਉਸ ਨੇ ਖਾਲਸੇ ਦਾ ਸ਼ਰਮ ਧਰਮ ਅਤੇ ਚੰਗੇ ਕਰਮ ਵਾਲਾ ਨਵਾਂ ਰੰਗ ਨਿਖਾਰਿਆ ਹੈ, ਭਾਵ ਖਾਲਸੇ ਨੂੰ ਜ਼ੁਲਮ ਦੇ ਖਾਤਮੇ ਤੇ ਸ਼ਰਮ ਧਰਮ ਦੇ ਚੰਗੇ ਕਰਮ ਕਰਨ ਵਾਲਾ ਸਾਜਿਆ ਹੈ ਜਾਂ ਬਣਾਇਆ ਹੈ। ਪੰਜੇ ਬਾਣੀਆਂ ਦੇ ਨਾਲ ਨਿਵਾਜਿਆ ਮੈਂ, ਪੰਜੇ ਦੇ ਕੇ ਕਕਾਰ ਅੱਜ ਖਾਲਸੇ ਨੂੰ, ਬਾਣੀ ਬਾਣੇ ਤੇ ਯੁੱਧ ਦੀ ਪਾਨ ਚੜੀ, ਦੇ ਕੇ ਰੱਜਵਾਂ ਪਿਆਰ ਅੱਜ ਖਾਲਸੇ ਨੂੰ। ਪੰਜੇ ਬਾਣੀਆਂ ਦੇ ਨਾਲ ਨਿਵਾਜਿਆ, ਅੱਜ ਮੈਂ ਖਾਲਸੇ ਨੂੰ 5 ਕਕਾਰਾਂ ਦੇ ਨਿਸ਼ਾਨੀ ਦੇ ਕੇ ਨਿਤਨੇਮ ਦੀਆਂ 5 ਬਾਣੀਆਂ ਦੇ ਪ੍ਰਸੰਗ ਵਿੱਚ ਨਿਵਾਜਿਆ ਹੈ। 5 ਕਕਾਰ ਮਤਲਬ ਸਿੱਖ ਧਰਮ ਦੇ ਅਕੋਰਡਿੰਗ ਜਦੋਂ ਵੀ ਉਹਨਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ ਤਾਂ ਉਹਨਾਂ ਨੂੰ 5 ਕਕਾਰ ਦਿੱਤੇ ਜਾਂਦੇ ਹਨ। 5 ਕਕਾਰ ਮਤਲਬ ਕੇਸ, ਕੰਗਾ, ਕਛਹਿਰਾ, ਕੜਾ ਤੇ ਕਿਰਪਾਨ। ਸਿੰਘਾਂ ਨੂੰ ਇਹਨਾਂ ਨਾਲ ਨਿਵਾਜਿਆ ਗਿਆ ਹੈ ਤੇ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਨਿਤਨੇਮ ਹਮੇਸ਼ਾ ਰੋਜ਼ ਪਾਠ ਕਰਨਾ ਚਾਹੀਦਾ ਹੈ ਤੇ 5 ਬਾਣੀਆਂ ਨਾਲ, ਇਹਨਾਂ 5 ਬਾਣੀਆਂ ਦੇ ਨਾਲ ਖਾਲਸੇ ਨੂੰ ਨਿਵਾਜਿਆ ਹੈ। ਬਾਣੀ ਬਾਣੇ ਤੇ ਯੁੱਧ ਦੀ ਪਾਨ ਚੜੀ, ਦੇ ਕੇ ਰੱਜਵਾਂ ਪਿਆਰ ਅੱਜ ਖਾਲਸੇ ਨੂੰ। ਗੁਰੂ ਜੀ ਫਰਮਾਉਂਦੇ ਹਨ ਕਿ ਮੈਂ ਅੱਜ ਖਾਲਸੇ ਨੂੰ ਰੱਜਵਾਂ ਪਿਆਰ ਦਿੱਤਾ ਹੈ। ਰੱਜਵਾਂ ਮਤਲਬ ਪੂਰਾ ਭਰਪੂਰ ਪਿਆਰ ਦਿੱਤਾ ਹੈ। ਉਸ ਨੂੰ ਬਾਣੀ ਪਹਿਰਾਵੇ ਤੇ ਯੁੱਧ ਦੀ ਪਾਨ ਚਾੜ ਦਿੱਤੀ ਹੈ। ਟੱਕਰ ਲਊ ਜੋ ਜ਼ੁਲਮ ਦੇ ਨਾਲ ਸੂਰਾ, ਯੁੱਧਾਂ ਵਿੱਚ ਮੈਂ ਉਸ ਦਾ ਸਾਥ ਦੇਣਾ, ਲਾਲੋ ਦਲਿਤ ਗਰੀਬਾਂ ਦਾ ਸਾਥ ਦੇ ਕੇ, ਜ਼ਾਲਮ ਭੂਪਾਂ ਨੂੰ ਹਰ ਪਲ ਮਾਤ ਦੇਣਾ। ਗੁਰੂ ਜੀ ਕਹਿੰਦੇ ਹਨ ਕਿ
ਜਿਹੜਾ ਬਹਾਦਰ ਜ਼ੁਲਮ ਨਾਲ ਟੱਕਰ ਲਏਗਾ ਮੈਂ ਉਹਨਾਂ ਦੇ ਨਾਲ ਹਾਂ, ਮੈਂ ਉਹਨਾਂ ਦਾ ਹਮੇਸ਼ਾ ਸਾਥ ਦੇਵਾਂਗਾ। ਲਾਲੋ ਦਲਿਤ ਗਰੀਬਾਂ ਦਾ ਸਾਥ ਦੇ ਕੇ, ਲਾਲੋ ਮਤਲਬ ਭਾਈ ਲਾਲੋ ਜੋ ਕਿ 10 ਨੋਆਂ ਦੀ ਕਿਰਤ ਕਰਨ ਵਾਲਾ ਸੀ। ਦਲਿਤ ਜਿਹੜੇ ਗਰੀਬ ਦੱਬੇ ਕੁਚਲੇ ਲੋਕ ਹਨ ਜਿਨ੍ਹਾਂ 'ਤੇ ਜ਼ੁਲਮ ਹੋ ਰਿਹਾ ਹੈ, ਅਤੇ ਗਰੀਬਾਂ ਦਾ ਸਾਥ ਦੇ ਕੇ ਜ਼ਾਲਮ ਰਾਜਿਆਂ ਤੋਂ ਹਰ ਪਲ ਉਹਨਾਂ ਨੂੰ ਬਚਾਉਣਾ ਹੈ। ਇਸ ਤਰ੍ਹਾਂ ਗੁਰੂ ਜੀ ਦੱਸਦੇ ਹਨ ਕਿ ਜ਼ੁਲਮ ਦੇ ਵਿਰੁੱਧ ਲੜਨ ਵਾਲਿਆਂ ਦਾ ਸਾਥ ਦੇਣ ਲਈ ਕਹਿੰਦੇ ਹਨ ਕਿ ਜੋ ਕੋਈ ਜ਼ੁਲਮ ਕਰ ਰਿਹਾ ਹੈ ਉਹਨਾਂ ਦੇ ਵਿਰੁੱਧ ਲੜਨ ਲਈ ਸਾਥ ਦੇਣ ਲਈ ਕਹਿੰਦੇ ਹਨ। ਨੈਕਸਟ ਹੈ, ਇੱਕੋ ਬਾਟੇ ਵਿੱਚ ਅੰਮ੍ਰਿਤ ਤੁਸੀਂ ਛਕਿਆ, ਰਹੀ ਜਾਤ ਨਾ ਪਾਤ ਅੱਜ ਖਾਲਸੇ ਦੀ, ਇੱਕੋ ਰੂਪ ਸਰੂਪ ਹੈ ਧਰਮ ਇੱਕੋ, ਸਾਂਝੀ ਵਾਲਤਾ ਦਾਤ ਅੱਜ ਖਾਲਸੇ ਦੀ। ਇੱਕੋ ਬਾਟੇ ਵਿੱਚ, ਜਦੋਂ ਤੁਸੀਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤਾਂ ਇੱਕੋ ਬਾਟੇ ਵਿੱਚ ਹੀ ਅੰਮ੍ਰਿਤ ਛਕਿਆ ਸੀ। ਪਹਿਲਾਂ ਤਾਂ ਉਹਨਾਂ ਖਾਲਸਿਆਂ ਨੂੰ ਅੰਮ੍ਰਿਤ ਛਕਾਇਆ ਸੀ, ਉਸ ਤੋਂ ਬਾਅਦ ਖੁਦ ਅੰਮ੍ਰਿਤ ਛਕਿਆ ਸੀ ਉਸੇ ਬਾਟੇ ਦੇ ਵਿੱਚ। ਇਹਦਾ ਭਾਵ ਇਹ ਸੀ ਕਿ ਉੱਥੇ ਉਦੋਂ ਉਹਨਾਂ ਨੇ ਜਾਤ ਪਾਤ ਸਾਰੀ ਖਤਮ ਕਰ ਦਿੱਤੀ, ਕਿਉਂਕਿ ਜਿਹੜੇ 5 ਸਿੰਘ ਸੀ ਉਹਨਾਂ ਨੇ ਅਲੱਗ-ਅਲੱਗ ਧਰਮ ਦੇ ਨਾਲ ਸੰਬੰਧਿਤ ਸੀ। ਇੱਕੋ ਰੂਪ ਸਰੂਪ ਧਰਮ ਇੱਕੋ, ਮਤਲਬ ਉਹਨਾਂ ਦਾ ਇੱਕ ਹੀ ਰੂਪ ਕਰ ਦਿੱਤਾ ਅਤੇ ਉਹਨਾਂ ਦਾ ਇੱਕੋ ਹੀ ਧਰਮ ਬਣ ਗਿਆ। ਸਾਂਝੀ ਵਾਲਤਾ ਦਾਤ ਅੱਜ ਖਾਲਸੇ ਦੀ, ਇਸ ਤਰ੍ਹਾਂ ਉਹਨਾਂ ਨੇ ਖਾਲਸੇ ਨੂੰ ਅੱਜ ਸਾਂਝੀ ਵਾਲਤਾ ਦੀ ਦਾਤ ਬਖਸ਼ੀ ਸੀ। ਮੁਨਕਰ ਜਦੋਂ ਅਸੂਲਾਂ 'ਤੇ ਪੰਥ ਹੋਇਆ, ਮੈਂ ਨਹੀਂ ਸਾਥ ਹੋਣਾ ਇਹ ਸਮਝ ਲੈਣਾ, ਮੇਰੀ ਹੋਂਦ ਹੈ ਸਿਧਾਂਤ ਦੇ ਸੱਚ ਅੰਦਰ, ਲੱਭਣਾ ਹੋਊ ਇਹਨਾਂ ਤੋਂ ਰਮਝ ਲੈਣਾ। ਗੁਰੂ ਜੀ ਕਹਿੰਦੇ ਹਨ ਕਿ ਖਾਲਸੇ ਨੂੰ ਸੰਬੋਧਨ ਕਰਦੇ ਕਹਿੰਦੇ ਹਨ ਕਿ ਜਦੋਂ ਵੀ ਖਾਲਸੇ ਪੰਥ ਅਸੂਲਾਂ ਤੋਂ ਮੁਨਕਰ ਹੋਵੇਗਾ, ਦੂਰ ਹੋਵੇਗਾ, ਇਨਕਾਰ ਕਰੇਗਾ, ਮੈਂ ਉਸ ਦੇ ਨਾਲ ਨਹੀਂ ਹੋਵਾਂਗਾ। ਇਹ ਸਮਝ ਲੈਣਾ ਕਿ ਮੈਂ ਉਹਦੇ ਨਾਲ ਨਹੀਂ ਹਾਂ। ਮੇਰੀ ਹੋਂਦ ਹੈ ਸਿਧਾਂਤ ਦੇ ਸੱਚ ਅੰਦਰ, ਕਿ ਜਿਹੜੀ ਮੇਰੀ ਹੋਂਦ ਹੈ ਉਹ ਕਿੱਥੇ ਹੈ? ਸਿਰਫ ਸੱਚ ਦੇ ਸਿਧਾਂਤ ਦੇ ਨਾਲ ਹੈ, ਭਾਵ ਮੈਂ ਹਮੇਸ਼ਾ ਸੱਚ ਦਾ ਸਾਥ ਦੇਵਾਂਗਾ। ਲੱਭਣਾ ਹੋਊ ਤਾਂ ਇਹਨਾਂ ਤੋਂ ਰਮਝ ਲੈਣਾ। ਜੇਕਰ ਤੁਸੀਂ ਇਹਨਾਂ ਸਾਰਿਆਂ ਦਾ ਭੇਤ ਲੱਭ ਲਿਆ ਤਾਂ ਇਹ ਤੁਹਾਡੇ ਵਾਸਤੇ ਲਾਭਦਾਇਕ ਹੈ। ਨੈਕਸਟ ਹੈ, ਕਿਰਤੀ ਕਾਮੇ ਤੇ ਗ੍ਰਸਤੀ ਸਦਾ ਵੱਡੇ, ਇਹਨਾਂ ਵਿੱਚ ਹੀ ਕਰਤਾ ਕਰਤਾਰ ਵਸਦਾ, ਕਿਰਤ ਕਰਤਾ ਰੂਪ ਕਰਤਾਰ ਬੰਦੀ, ਕਿਰਤ ਵਿੱਚ ਸ੍ਰਿਸ਼ਟੀ ਦਾ ਪਿਆਰ ਹੱਸਦਾ। ਇਸ ਵਿੱਚ ਇਹਨਾਂ ਲਾਈਨਾਂ 'ਚ ਕੀ ਕਿਹਾ? ਖਾਲਸੇ ਨੂੰ ਗੁਰੂ ਰੂਪ ਵਿੱਚ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਕਿਰਤੀ ਕਾਮੇ ਦੇ ਗ੍ਰਸਤੀ ਹਮੇਸ਼ਾ ਹੀ ਵੱਡੇ ਹੁੰਦੇ ਹਨ। ਕਿਰਤੀ ਕੌਣ ਹੁੰਦੇ ਹਨ? ਜਿਹੜੇ ਕਿਰਤ ਕਰਦੇ ਹਨ, ਹੱਥੀਂ ਕਿਰਤ ਕਰਦੇ ਹਨ। ਕਰਤਾ ਕੌਣ ਹੈ? ਪਰਮਾਤਮਾ, ਜੋ ਸੰਸਾਰ ਦੀ ਜਿਹੜੀ ਰਚਨਾ ਕੀਤੀ ਹੈ, ਰਚਨਹਾਰ ਹੈ। ਸ੍ਰਿਸ਼ਟੀ ਸਾਰਾ ਸੰਸਾਰ ਆ ਗਿਆ, ਦੁਨੀਆ ਆ ਗਈ, ਕਿ ਉਸ ਪਰਮਾਤਮਾ ਨੇ ਕਿਰਤੀ ਕਾਮੇ ਸਾਰੇ ਹੀ ਵੱਡੇ ਦੱਸੇ ਹਨ। ਇਹਨਾਂ ਵਿੱਚੋਂ ਇਸ ਸ੍ਰਿਸ਼ਟੀ ਦਾ ਕਰਤਾ ਅਰਥਾਤ ਪਰਮਾਤਮਾ ਵਸਦਾ ਹੈ। ਸੱਚੀ ਸੁੱਚੀ ਕਿਰਤ ਇਸ ਸ੍ਰਿਸ਼ਟੀ ਦੇ ਕਰਤਾ ਅਰਥਾਤ ਪਰਮਾਤਮਾ ਦਾ ਹੀ ਰੂਪ ਬਣਦੀ ਹੈ। ਅਜਿਹੀ ਕਿਰਤ ਵਿੱਚ ਅਸੀਂ ਸ੍ਰਿਸ਼ਟੀ ਦਾ ਪਿਆਰ ਹੱਸਦਾ ਦਿਖਾਈ ਦਿੰਦਾ ਹੈ। ਨੈਕਸਟ ਹੈ, ਭਗਤੀ ਨਾਮ ਦੇ ਵਿੱਚੋਂ ਹੁਣ ਮਿਲੂ ਸ਼ਕਤੀ, ਦੇਵ ਹੌਸਲਾ ਨਵਾਂ ਕਿਰਪਾਨ ਮੇਰੀ, ਲੇਖੇ ਧਰਮ ਦੇ ਸੱਭੇ ਮੈਂ ਲਾ ਦੇਣੇ, ਸਾਰਾ ਘਰ ਪਰਿਵਾਰ ਤੇ ਜਾਨ ਮੇਰੀ। ਗੁਰੂ ਜੀ ਕਹਿੰਦੇ ਹਨ ਕਿ ਹੁਣ ਤੁਹਾਨੂੰ ਨਾਮ ਦੀ ਭਗਤੀ ਵਿੱਚੋਂ ਹੀ ਸ਼ਕਤੀ ਮਿਲੇਗੀ। ਭਗਤੀ ਨਾਮ ਦੇ ਵਿੱਚੋਂ ਹੁਣ ਮਿਲੂ ਸ਼ਕਤੀ, ਵੀ ਜੇਕਰ ਤੁਸੀਂ ਭਗਤੀ ਕਰੋਗੇ ਤਾਂ ਉਸ ਭਗਤੀ ਵਿੱਚੋਂ ਤੁਹਾਨੂੰ ਸ਼ਕਤੀ ਮਿਲੇਗੀ। ਦੇਉ ਹੌਸਲਾ ਨਵਾਂ ਕਿਰਪਾਨ ਮੇਰੀ, ਜਿਹੜੀ ਤੁਹਾਨੂੰ ਮੈਂ ਕਿਰਪਾਨ ਦਿੱਤੀ ਹੈ ਉਹ ਤੁਹਾਨੂੰ ਇੱਕ ਨਵਾਂ ਹੌਸਲਾ ਦੇਵੇਗੀ। ਲੇਖੇ ਧਰਮ ਦੇ ਸੱਭੇ ਮੈਂ ਲਾ ਦੇਣੇ, ਸਾਰਾ ਘਰ ਪਰਿਵਾਰ ਤੇ ਜਾਨ ਮੇਰੀ, ਮੈਂ ਸਾਰਾ ਘਰ ਤੇ ਪਰਿਵਾਰ ਆਪਣੀ ਜਾਨ ਸਭ ਕੁਝ ਹੀ ਧਰਮ ਦੇ ਲੇਖੇ ਲਾ ਦੇਣਾ ਹੈ। ਗੁਰੂ ਜੀ ਨੇ ਸਭ ਕੁਝ ਕਰਕੇ ਦਿਖਾਇਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਹੈ ਧਰਮ ਦੇ ਲੇਖੇ ਲਾ ਦਿੱਤਾ ਸੀ। ਧਰਮ ਦੇ ਖਾਤਰ ਉਹਨਾਂ ਨੇ ਕੀ ਕੀਤਾ ਸੀ? ਆਪਣਾ ਜਿਹੜਾ ਸਾਰਾ ਪਰਿਵਾਰ ਹੈ ਕੁਰਬਾਨ ਕਰ ਦਿੱਤਾ ਸੀ। ਇਸ ਤਰ੍ਹਾਂ ਉਹਨਾਂ ਨੇ ਦੱਸਿਆ ਹੈ ਕਿ ਜੇਕਰ ਤੁਹਾਨੂੰ ਲੋੜ ਪਵੇ ਤਾਂ ਤੁਸੀਂ ਵੀ ਆਪਣਾ ਸਾਰਾ ਘਰ ਪਰਿਵਾਰ ਜਾਂ ਆਪਣੀ ਜਾਨ ਧਰਮ ਦੇ ਲੇਖੇ ਲਗਾ ਦੇਵੋਗੇ। ਸਾਰੇ ਧਰਮਾਂ ਦੇ ਚੰਗੇ ਜੋ ਤਰਕ ਲੈ ਕੇ ਮਹਿਲ ਸਿੱਖੀ ਦਾ ਅਸੀਂ ਉਸਾਰਿਆ ਹੈ, ਮੀਰੀ ਪੀਰੀ ਦੇ ਨਵੇਂ ਵਿੱਚ ਰੰਗ ਭਰ ਕੇ ਅੱਜ ਮੈਂ ਖਾਲਸਾ ਨਵਾਂ ਉਭਾਰਿਆ ਹੈ। ਸਾਰੇ ਧਰਮਾਂ ਦੇ ਚੰਗੇ ਮਤਲਬ ਜਿਹੜੇ ਸਹੀ ਵਿਅਕਤੀ ਸਨ, ਮੈਂ ਸਾਰੇ ਅਲੱਗ-ਅਲੱਗ ਧਰਮਾਂ ਦੇ ਲੈ ਕੇ ਉਹਨਾਂ ਦੇ ਇੱਕ ਸਿੱਖੀ ਦਾ ਇੱਕ ਮਹਿਲ ਬਣਾਇਆ ਹੈ, ਭਾਵ ਸਿੱਖੀ ਦੀ ਸਿਰਜਣਾ ਕੀਤੀ ਹੈ। ਮੀਰੀ ਪੀਰੀ, ਮੀਰੀ ਹੁੰਦਾ ਬਾਦਸ਼ਾਹ, ਜਿਹੜਾ ਅਮੀਰ ਵਿਅਕਤੀ ਹੁੰਦਾ। ਪੀਰੀ ਹੁੰਦਾ ਜਿਹੜਾ ਫਕੀਰ ਹੁੰਦਾ, ਜਿਹਦੇ ਕੋਲ ਕੁਝ ਵੀ ਨਹੀਂ ਹੁੰਦਾ। ਇਸ ਵਿੱਚ ਭਗਤੀ ਤੇ ਸ਼ਕਤੀ ਦੇ ਨਵੇਂ ਰੰਗ ਭਰ ਕੇ ਮੈਂ ਦੱਸ ਦਿੱਤਾ ਹੈ ਕਿ
ਭਗਤੀ ਦੇ ਨਾਲ ਸ਼ਕਤੀ ਵੀ ਪੈਦਾ ਕੀਤੀ ਜਾ ਸਕਦੀ ਹੈ। ਨੈਕਸਟ ਹੈ ਝੋਲੀ ਪਾਇਆ ਮੈਂ ਖਾਲਸਾ ਪੰਥ ਤੁਹਾਡੀ, ਇਹਦੀ ਖਾਲਸਾ ਦੀ ਸਾਂਭ ਸੰਭਾਲ ਕਰਨੀ, ਇਸ ਦੀ ਸੋਚ ਵਿੱਚ ਸਜਰੇ ਫੁੱਲ ਧਰਨੇ, ਇਹਦੇ ਬਦਨ ਵਿੱਚ ਸੁੱਚੀ ਖੁਸ਼ਬੂ ਭਰਨੀ। ਹੁਣ ਮੈਂ ਤੁਹਾਡੇ ਝੋਲੀ ਵਿੱਚ ਖਾਲਸਾ ਪੰਥ ਪਾ ਦਿੱਤਾ ਹੈ, ਅਰਥਾਤ ਖਾਲਸੇ ਦੀ ਸਿਰਜਣਾ ਕਰ ਦਿੱਤੀ ਹੈ। ਤੁਸੀਂ ਹੁਣ ਇਸ ਦੀ ਕੀ ਕਰਨੀ ਹੈ? ਸਾਂਭ ਸੰਭਾਲ ਕਰਨੀ ਹੈ, ਅਰਥਾਤ ਇਸ ਨੂੰ ਕਾਇਮ ਰੱਖਣਾ ਹੈ। ਤੁਸੀਂ ਹੀ ਇਸ ਸੋਚ ਵਿੱਚ ਤਾਜ਼ੇ ਫੁੱਲ ਰੱਖਣੇ ਹਨ, ਸੱਜਰੇ ਫੁੱਲ ਮਤਲਬ ਤਾਜ਼ੇ ਫੁੱਲ ਰੱਖਣੇ ਹਨ, ਧਰਨੇ ਮਤਲਬ ਰੱਖਣੇ, ਅਰਥਾਤ ਇਸ ਦੀ ਸੋਚ ਨੂੰ ਤਾਜ਼ੀ ਬਣਾਈ ਰੱਖਣਾ। ਇਹ ਸੀ ਬੱਚੇ ਪ੍ਰਸੰਗ ਸਹਿਤ ਵਿਆਖਿਆ। ਅੱਗੇ ਆ ਜਾਂਦੇ ਆ ਕੁਐਸਚਨ ਆਨਸਰ ਜੋ ਕਿ ਤੁਸੀਂ ਆਪਣੀ ਨੋਟਬੁੱਕ 'ਤੇ ਕੰਪਲੀਟ ਕਰਨੇ ਹਨ। ਫਸਟ ਕੁਐਸਚਨ ਹੈ 10 ਗੁਰੂਆਂ ਨੇ ਕਿਹੜੀ ਜੋਤ ਬਾਲੀ? ਕਿਹੜੀ ਜੋਤ ਬਾਲੀ? ਸਿੱਖੀ ਦੀ। ਧਰਮ ਦੀ ਸਾਂਝ ਕਿਸ ਨਾਲ ਹੈ? ਰਹਿਮ ਤੇ ਕਰਮ ਨਾਲ। ਸੋਚ ਉੱਤੇ ਕੀ ਭਾਰੂ ਨਹੀਂ ਹੋਣ ਦੇਣਾ ਚਾਹੀਦਾ? ਸੋਚ ਉੱਤੇ ਗਰਮੀ ਨੂੰ ਭਾਰੂ ਨਹੀਂ ਹੋਣ ਦੇਣੀ ਚਾਹੀਦੀ। ਆਪਣੀ ਕਿਰਤ ਵਿੱਚੋਂ ਕੀ ਕੱਢਣਾ ਚਾਹੀਦਾ ਹੈ? ਕੀ ਕੱਢਣਾ ਚਾਹੀਦਾ? ਦਸਵੰਧ, ਦਸਵੰਧ ਜਾਂ ਦਸੌਂਧ। ਕਿਸ ਦੀ ਰਾਖੀ ਕਰਨੀ ਚਾਹੀਦੀ ਹੈ? ਗਊ, ਗਰੀਬ ਤੇ ਔਰਤ ਦੀ। ਖਾਲਸੇ ਦਾ ਰੂਪ ਕਿਸ ਤਰ੍ਹਾਂ ਸ਼ਿੰਗਾਰਿਆ ਗਿਆ ਹੈ? ਖਾਲਸੇ ਦਾ ਰੂਪ ਜ਼ੁਲਮ ਨੂੰ ਖਤਮ ਕਰਨ ਲਈ ਹੈ। ਨੈਕਸਟ ਸ਼ਕਤੀ ਕਿਸ ਵਿੱਚੋਂ ਮਿਲ ਸਕਦੀ ਹੈ? ਨਾਮ ਦੀ ਭਗਤੀ ਵਿੱਚੋਂ। ਵੀ ਜਦੋਂ ਤੁਸੀਂ ਨਾਮ ਦਾ ਸਿਮਰਨ ਕਰੋਗੇ ਉਦੋਂ ਤੁਹਾਨੂੰ ਉਸ ਵਿੱਚੋਂ ਸ਼ਕਤੀ ਮਿਲੇਗੀ। ਮੀਰੀ ਪੀਰੀ ਤੋਂ ਕੀ ਭਾਵ ਹੈ? ਮੀਰੀ ਤੋਂ ਭਾਵ ਹੈ ਅਮੀਰੀ ਮਤਲਬ ਰਾਜਸੀ ਸ਼ਕਤੀਆਂ, ਤੇ ਪੀਰੀ ਤੋਂ ਭਾਵ ਹੈ ਫਕੀਰੀ। ਇਹ ਸੀ ਪ੍ਰਸ਼ਨ ਉੱਤਰ। ਨੈਕਸਟ ਆ ਜਾਂਦਾ ਹੈ ਕਾਵਿ ਸਤਰਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ। ਇਹ ਬੱਚੇ ਤੁਹਾਡੇ ਜਦੋਂ ਐਗਜ਼ਾਮ ਦੇ ਵਿੱਚ ਅਣਡਿੱਠਾ ਪੈਰਾ ਆਉਂਦਾ, ਅਣਡਿੱਠੇ ਤੋਂ ਪੈਰੇ ਤੋਂ ਅੱਗੇ ਜਦੋਂ ਤੁਹਾਨੂੰ ਕਵਿਤਾ ਦੀਆਂ ਲਾਈਨਾਂ ਆਉਣਗੀਆਂ ਉਹਦੇ ਨਾਲ ਰਿਲੇਟਿਡ ਤੁਹਾਨੂੰ ਪ੍ਰਸ਼ਨ ਪੁੱਛੇ ਜਾਣਗੇ ਤਾਂ ਉਹਨਾਂ ਦੇ ਆਨਸਰ ਦੇਣੇ। ਇੱਕ ਤੁਹਾਨੂੰ ਐਗਜ਼ਾਮਪਲਾਂ ਦਿੱਤੀਆਂ ਹੋਈਆਂ ਨੇ ਕਿ ਇਸ ਤਰ੍ਹਾਂ ਦੇ ਕੁਐਸਚਨ ਆ ਸਕਦੇ ਨੇ। ਫਸਟ ਕੀ ਹੈ? ਗਊ ਗਰੀਬ ਤੇ ਔਰਤ ਦੀ ਕਰੋ ਰਾਖੀ, ਜਬਰ ਜ਼ੁਲਮ ਤੇ ਕਦੀ ਨਹੀਂ ਰਾਹ ਪੈਣਾ, ਲਾਲਚ ਵਿੱਚਾਂ ਧੀਆਂ ਵੇਚਣਾ ਨਾ, ਮੂੰਹੋਂ ਮੰਗ ਕੇ ਕਦੇ ਨਾ ਦਾਜ ਲੈਣਾ। ਕਿਸ ਦੀ ਰਾਖੀ ਕਰਨੀ ਚਾਹੀਦੀ ਹੈ? ਗਊ ਗਰੀਬ ਤੇ ਔਰਤ ਦੀ। ਕਿਹੜੇ ਰਾਹ ਨਹੀਂ ਪੈਣਾ ਚਾਹੀਦਾ? ਜਬਰ ਤੇ ਜ਼ੁਲਮ। ਲਾਲਚ ਵਿੱਚ ਆ ਕੇ ਨਹੀਂ ਕਰਨਾ ਚਾਹੀਦਾ। ਕੀ ਨਹੀਂ ਕਰਨਾ ਚਾਹੀਦਾ? ਧੀਆਂ ਨੂੰ ਵੇਚਣਾ ਨਹੀਂ ਚਾਹੀਦਾ। ਮੂੰਹੋਂ ਕੀ ਨਹੀਂ ਮੰਗਣਾ ਚਾਹੀਦਾ? ਦਾਜ। ਨੈਕਸਟ ਆ ਜਾਂਦੇ ਪ੍ਰਸੰਗ ਸਹਿਤ ਵਿਆਖਿਆ ਜੋ ਕਿ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ। ਅੱਗੇ ਆ ਜਾਂਦੇ ਹੈ ਬੁੱਕ ਵਰਕ। ਪਾਠ ਵਿੱਚੋਂ ਧਰਮ ਨਾਲ ਸੰਬੰਧਿਤ 5 ਸ਼ਬਦਾਂ ਨੂੰ ਚੁਣ ਕੇ ਉਹਨਾਂ 'ਚੋਂ ਵਾਕ ਵਿੱਚ ਬਦਲੋ। ਤੁਹਾਨੂੰ ਮੈਂ ਵਰਡ ਦੇ ਦਿੰਦੀ ਹਾਂ, ਤੁਸੀਂ ਉਹਦੇ ਨਾਲ ਰਿਲੇਟਿਡ ਵਾਕ ਬਣਾਉਣੇ ਹੈ। ਕਿਰਤ, ਦਸੌਂਧ, ਕਕਾਰ, ਅੰਮ੍ਰਿਤ, ਸਾਂਝੀਵਾਲਤਾ। ਅੱਗੇ ਆ ਜਾਂਦੇ ਬੱਚੇ ਵਿਰੋਧੀ ਸ਼ਬਦ। ਧਰਮ, ਧਰਮ ਦਾ ਕੀ ਆਊਗਾ? ਦੱਸੋ ਧਰਮ ਦਾ ਕੀ ਆਊਗਾ? ਧਰਮ ਦਾ ਕੀ ਆਊਗਾ ਬੱਚੇ? ਬੋਲੋ, ਆਨਸਰ ਦਿਓ ਮੈਨੂੰ। ਹਾਂਜੀ, ਧਰਮ ਦਾ ਕੀ ਹੈ? ਅਧਰਮ। ਰਹਿਮ, ਦਇਆ ਕਰਨੀ ਕਿਸੇ ਤੇ, ਉਹਦਾ ਕੀ ਆ ਜਾਊਗਾ? ਜ਼ੁਲਮ। ਨੀਵਾਂ, ਉੱਚਾ। ਮੰਦੇ, ਚੰਗੇ। ਵੇਚਣਾ, ਖਰੀਦਣਾ। ਗਰੀਬ, ਅਮੀਰ। ਖੁਸ਼ਬੂ, ਬਦਬੂ। ਸਜਰੇ, ਸਜਰੇ ਬਾਸੇ। ਸਜਰੇ ਦਾ ਮਤਲਬ ਹੁੰਦਾ ਤਾਜ਼ੇ, ਉਹਦਾ ਮਤਲਬ ਉਲਟ ਕੀ ਆਊਗਾ? ਬਾਸੇ। ਨੈਕਸਟ ਹੈ ਮੈਚਿੰਗ, ਜੋੜੇ ਬਣਾਓ। ਖਾਲਸਾ, ਖਾਲਸਾ ਦੀ ਸਥਾਪਨਾ ਕਦੋਂ ਹੋਈ ਸੀ? 1699 ਈਸਵੀ 'ਚ ਵਿਸਾਖੀ ਵਾਲੇ ਦਿਨ। ਮੀਰੀ ਪੀਰੀ ਕੌਣ ਹੈ? ਮੀਰੀ ਪੀਰੀ ਹੈ ਜਿਹੜੀ ਇਹ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਲਾਇਆ ਸੀ ਮੀਰੀ ਪੀਰੀ ਦਾ ਨਾਰਾ। ਨੈਕਸਟ ਹੈ ਚਿਰਾਗ, ਚਿਰਾਗ ਬਾਲਣਾ। ਦਸਵੰਧ, ਕਮਾਈ ਦਾ 10ਵਾਂ ਹਿੱਸਾ। ਇਹ ਬੱਚੇ ਹੁਣ ਤੁਹਾਨੂੰ ਚੈਪਟਰ ਕਵਿਤਾ ਪੂਰੀ ਕਰਵਾ ਦਿੱਤੀ ਗਈ ਹੈ। ਇਹ ਤੁਸੀਂ ਆਪਣੀ ਪ੍ਰਸੰਗ ਸਹਿਤ ਵਿਆਖਿਆ ਯਾਦ ਕਰਨੀ ਹੈ ਅਤੇ ਜਿਹੜੇ ਪ੍ਰਸ਼ਨ ਉੱਤਰ ਨੇ ਉਹ ਆਪਣੀ ਪੰਜਾਬੀ ਨੋਟਬੁੱਕ 'ਤੇ ਕੰਪਲੀਟ ਕਰਨੇ ਹਨ। ਧੰਨਵਾਦ।